जो किसानी दी हुण आ के हालत होई ना ਉਹ ਦੇਖੀ नहीं ਜਾਂਦੀ। एक समा सी ਅਸੀਂ अपनी फसल बेच के अपना मकान भी बना ਲੈਂਦੇ ਸੀ और ਵਿਆਹ शादी भी कर ਲੈਂਦੇ ਸੀ। ਅੱਜ ਇਹ ਹੋਏ ਸਾਡੇ ਕੋਲ अपना पेट भरन ਦਾ भी गुजारा नहीं चलता मतलब फसल ਦੇ ਨਾਲ। तो समाज मोर्चे ਨੂੰ ਚੋਣਾਂ नहीं लड़नियां चाहिए, क्योंकि मेरा मनना है कि जेकर कल ਨੂੰ केंद्र सरकार ਸਾਡੀਆਂ ਮੰਗਾਂ ਤੋਂ पैर पिछां खिच ਲੈਂਦੀ है, पिछे हट जाती है तो ਸਾਨੂੰ ਕਾਲ देनी पै जाती है, ਤਾਂ ਜਿਹੜੇ ਸਾਡੇ ਲੀਡਰ ਨੇ ਉਹ ਥੋੜ੍ਹੇ ਡਿਫੈਂਸਿਵ ਹੋ ਜਾਣਗੇ, ਬਚਾਅ ਦੇ ਪੱਖ 'ਚੋਂ ਆ ਜਾਣਗੇ। ਇਹ ਜਿਹਨੇ ਕਹਿੰਦੇ ਸੀ ਆਪਾਂ ਇਲੈਕਸ਼ਨ ਨਹੀਂ ਲੜਨਾ, ਇੱਕ ਸਿਰਫ ਰਾਕੇ ਡਕੈਤ ਜੀ ਨੂੰ ਛੱਡ ਕੇ ਸਾਰੀ ਆਪਣੀ 22 ਜਥੇਬੰਦੀਆਂ ਇੱਕ ਮੁਸ਼ਤ ਹੋ ਗਈ ਇਲੈਕਸ਼ਨ ਲੜਨ ਵਾਸਤੇ। ਸਿੰਘ ਰਾਣਾ ਵਾਸੀ ਲਾਲੜੂ, ਉਮਰ 72 ਸਾਲ ਹੈ। ਮੈਂ ਆਪਣੇ 10 ਨੌਹਾਂ ਦੀ ਕੀਰਤ ਕਰਨ ਵਾਲਾ, ਆਪਣੇ ਖੇਤ ਵਿੱਚ ਕੰਮ ਕਰਨ ਵਾਲਾ ਬੰਦਾ ਹਾਂ। ਤੋ ਜੋ ਕਿਸਾਨੀ ਦੀ ਹੁਣ ਆ ਕੇ ਹਾਲਤ ਹੋਈ ਨਾ ਉਹ ਦੇਖੀ ਨਹੀਂ ਜਾਂਦੀ। ਇੱਕ ਸਮਾਂ ਸੀ ਅਸੀਂ ਆਪਣੀ ਫਸਲ ਵੇਚ ਕੇ ਆਪਣਾ ਮਕਾਨ ਵੀ ਬਣਾ ਲੈਂਦੇ ਸੀ ਔਰ ਵਿਆਹ ਸ਼ਾਦੀ ਵੀ ਕਰ ਲੈਂਦੇ ਸੀ। ਅੱਜ ਇਹ ਹੋਏ ਸਾਡੇ ਕੋਲ ਆਪਣਾ ਪੇਟ ਭਰਨ ਦਾ ਵੀ ਗੁਜ਼ਾਰਾ ਨਹੀਂ ਚੱਲਦਾ ਮਤਲਬ ਫਸਲ ਦੇ ਨਾਲ। ਤੋ ਜਿਹੜਾ ਮੈਂ ਅੰਦੋਲਨ 'ਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ, ਮੇਰੀ ਆਤਮਾ ਨੇ ਮੈਨੂੰ ਪ੍ਰੇਰਿਤ ਨਹੀਂ ਕਿਸੇ ਨੇ ਕੀਤਾ, ਮੇਰੀ ਆਤਮਾ ਨੇ ਮੈਨੂੰ ਮਜਬੂਰ ਕਰਿਆ ਵੀ ਆਪ ਕਿਸਾਨ ਅੰਦੋਲਨ 'ਚ ਕੁੱਦ। ਅਤੇ ਸਾਡਾ ਅੰਦੋਲਨ ਸਫਲ ਹੋਇਆ, ਕੁਛ ਹੱਦ ਤੱਕ ਕਾਨੂੰਨ ਵਾਪਸ ਹੋ ਗਏ ਉਹ ਤਾਂ ਸਫਲ ਹੋਇਆ, ਪਰ ਬਾਕੀ MSP ਜਾਂ ਹੋਰ ਬਹੁਤ ਅਜੇ ਰਹਿੰਦੇ ਆ ਜੋ ਆਪ ਇਹ ਗੱਲ ਕਰਦੇ ਆ ਬਈ ਕਿਸਾਨ ਮੋਰਚਾ ਇਲੈਕਸ਼ਨ 'ਚ ਆਇਆ। ਇਹ ਬਹੁਤ ਗਲਤ ਸਾਡੇ ਹਿਸਾਬ 'ਤੇ, ਕਿਉਂਕਿ ਅਸੀਂ ਤਾਂ ਇੱਕ ਨਿਊਟਰਲ ਸੀ, ਸਾਡਾ ਅੰਦੋਲਨ ਨਿਊਟਰਲ ਸੀ ਅਤੇ ਨਿਰਪੱਖ ਸੀ। ਉਹਨਾਂ ਨੇ ਗਲਤੀ ਕੀਤੀ ਆ। ਇਸ ਅੰਦੋਲਨ ਨੂੰ ਵੀ ਇਸ ਤੋਂ ਧੱਕਾ ਲੱਗੇਗਾ ਕਿਉਂਕਿ ਸਾਡਾ ਕਾਫੀ ਹਿੱਸਾ ਉਧਰ ਰਾਜਨੀਤੀ 'ਚ ਆ ਗਿਆ। ਉਹਦੇ ਨਾਲ ਲੋਕਾਂ ਦੀ ਬਦਨਾਮੀ ਵੀ ਸਹਿਣੀ ਪੈਂਦੀ ਆ, ਅੱਛਾ ਮਾੜਾ ਵੀ ਸੁਣਨਾ ਪੈਂਦਾ। ਫਿਰ ਸਾਨੂੰ ਸਿਆਸੀ ਦੇਖਣਾ ਜਾਣ, ਅਸੀਂ ਨਿਰਪੱਖ ਹੋ ਕੇ ਕਿਸਾਨ ਦੀ ਗੱਲ ਨਹੀਂ ਕਰ ਸਕਦੇ। ਇਸ ਕਰਕੇ ਜੋ ਉੱਧਰ ਗਏ ਨਾ ਕਿਸਾਨ ਆਪਣਾ ਇਲੈਕਸ਼ਨ ਲੜੇ, ਉਹਨਾਂ ਨੇ ਬਹੁਤ ਮਾੜਾ ਕਰਿਆ ਕਿਸਾਨੀ ਵਾਸਤਾ। ਚਲੋ ਟਾਈਮ ਦੀ ਗੱਲ ਆ, ਅਸੀਂ ਫਿਰ ਉੱਭਰਾਂਗੇ, ਫਿਰ ਆਪਣੇ ਅਸੂਲਾਂ 'ਤੇ ਆ ਕੇ ਫਿਰ ਆਪਣੀ मतलब हक्कां वास्ते लड़ाई लड़ांगे और कामयाब भी होवांगे। बस मैं इन्नी गल कहना चाहता हाँ। ਸਭ ਤੋਂ ਪਹਿਲਾਂ ਤਾਂ ਸੂਹੀ ਸਵੇਰ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਤੇ ਉਹ ਜਿਵੇਂ ਕਿ ਅੱਜ ਸੂਹੀ ਸਵੇਰ ਨੇ ਇਹ ਪ੍ਰੋਗਰਾਮ ਰੱਖਿਆ ਸੰਯੁਕਤ ਸਮਾਜ ਮੋਰਚੇ ਦੀ ਸਥਾਪਨਾ ਬਾਰੇ, ਬਤੌਰ ਪੱਤਰਕਾਰ ਤੇ ਬਤੌਰ ਕਿਸਾਨੀ ਅੰਦੋਲਨ ਨਾਲ ਲੰਮੇ ਸਮੇਂ ਤੋਂ ਜੁੜੇ ਹੋਣ ਕਾਰਨ ਮੈਂ ਸਮਝਦਾ ਹਾਂ ਕਿ ਇਹ ਫਿਲਹਾਲ ਸੰਯੁਕਤ ਸਮਾਜ ਮੋਰਚੇ ਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ ਸੀ, ਕਿਉਂਕਿ ਮੇਰਾ ਮੰਨਣਾ ਹੈ ਕਿ ਜੇਕਰ ਕੱਲ੍ਹ ਨੂੰ ਕੇਂਦਰ ਸਰਕਾਰ ਸਾਡੀਆਂ ਮੰਗਾਂ ਤੋਂ ਪੈਰ ਪਿਛਾਂ ਖਿੱਚ ਲੈਂਦੀ ਹੈ, ਪਿੱਛੇ ਹਟ ਜਾਂਦੀ ਹੈ ਅਤੇ ਸਾਨੂੰ ਕਾਲ ਦੇਣੀ ਪੈ ਜਾਂਦੀ ਹੈ, ਤਾਂ ਜਿਹੜੇ ਸਾਡੇ ਲੀਡਰ ਨੇ ਉਹ ਥੋੜ੍ਹੇ ਡਿਫੈਂਸਿਵ ਹੋ ਜਾਣਗੇ, ਬਚਾਅ ਦੇ ਪੱਖ 'ਚੋਂ ਆ ਜਾਣਗੇ। ਉਹਨਾਂ ਨਾਲ ਜਨਤਾ ਦਾ ਜੁੜਨਾ ਥੋੜ੍ਹਾ ਔਖਾ ਹੋ ਜਾਂਦਾ ਹੈ ਕਿ ਸਾਨੂੰ ਦੋ ਨੁਕਸਾਨ ਹੋਣਗੇ ਉਸਦੇ। ਇੱਕ ਤਾਂ ਜਿਹੜੀ ਮਾਹਰ ਲੀਡਰਸ਼ਿਪ ਹੈ ਉਸ 'ਤੇ ਲੋਕ ਵਿਸ਼ਵਾਸ ਨਹੀਂ ਕਰਨਗੇ, ਦੂਜਾ ਜਿਹੜੀ ਨਵੀਂ ਲੀਡਰਸ਼ਿਪ ਹੈ ਜੇ ਉਹ ਸੱਦਾ ਦੇਵੇਗੀ ਉਸ ਦੇ ਆਪਣੇ ਸਿਧਾਂਤ ਤੋਂ ਥਿੜਕਣ ਦੀ ਸੰਭਾਵਨਾ ਬਣੀ ਰਹੇਗੀ। ਇਸ ਗੱਲ ਨਾਲ ਮੈਂ ਤੁਹਾਡੀ ਸਹਿਮਤ ਹਾਂ ਕਿ ਉਹ ਜਿਹੜੇ ਲੋਕ ਨੇ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਉਮੀਦਵਾਰ ਨੇ, ਉਹ ਕਿਸਾਨੀ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ। 40 ਸਾਲ ਤੋਂ ਉਹਨਾਂ ਨੂੰ ਕਿਸਾਨੀ ਦਾ ਤਜਰਬਾ ਹੈ। ਇਹ ਸਾਰੀਆਂ ਗੱਲਾਂ ਹਨ, ਪਰ ਤੁਸੀਂ ਜਾਣਦੇ ਹੋ ਕਿ ਬਤੌਰ ਪੱਤਰਕਾਰ ਮੈਂ ਜਦੋਂ ਤੋਂ ਇਹ 3-4 ਇਲੈਕਸ਼ਨ ਜਿਹੜੇ ਦੇਖੇ, ਤੁਸੀਂ ਜਾਣਦੇ ਹੋ ਕਿ ਸਿਆਸਤ ਬਹੁਤ ਤਿਲਕਵੀਂ ਚੀਜ਼ ਹੈ। ਸਿਆਸਤ 'ਚੋਂ ਇਕੱਲਾ ਕਿਸਾਨ ਅੰਦੋਲਨ ਨਹੀਂ ਬਹੁਤੀ ਅਹਿਮੀਅਤ ਰੱਖਦਾ, ਸਿਆਸਤ 'ਚੋਂ ਚੱਕ ਥੱਲ ਅਤੇ ਸਾਰਾ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ ਅਤੇ ਹਰ ਵਿਅਕਤੀ ਆਪਣੀ ਰਾਜਨੀਤੀ ਕਰਦਾ ਹੈ। ਅਤੇ ਇਸ ਸਮੇਂ ਇਸ ਰਾਜਨੀਤੀ 'ਚ ਜਦੋਂ ਪੈਸੇ ਦਾ, ਬਾਹੂਬਲ ਦਾ ਜ਼ੋਰ ਹੈ, ਉਸ ਸਮੇਂ ਕਿਸਾਨਾਂ ਨੂੰ ਅੱਗੇ ਆਉਣ ਦਾ ਸ਼ਾਇਦ ਮੌਕਾ ਨਾ ਆਉਣ ਦੇਣ ਦੂਜੀਆਂ ਧਿਰਾਂ, ਕਿਉਂਕਿ ਜਿਹੜੀਆਂ ਧਿਰਾਂ ਲੰਮੇ ਸਮੇਂ ਤੋਂ ਰਾਜ ਕਰ ਰਹੀਆਂ ਨੇ ਉਹਨਾਂ ਦੀਆਂ ਜੜ੍ਹਾਂ ਜੰਮ ਚੁੱਕੀਆਂ ਨੇ। ਮੁੱਦੇ ਉਹ ਠੀਕ ਉਠਾ ਸਕਦੇ ਨੇ, ਪਰ ਇਹ ਵੇਖਣਾ ਪਏਗਾ ਕਿ ਹਾਲੇ ਉਹ ਇਲੈਕਸ਼ਨ ਲਈ ਪੂਰੀ ਤਰ੍ਹਾਂ ਤਿਆਰ ਸੀ ਕਿ ਲੋਕਾਂ ਕੋਲ ਜਾਣ ਲਈ ਉਹਨਾਂ ਕੋਲ ਇਤਨੇ ਸਾਧਨ ਸੀ ਜੋ ਵੀ ਸੀ। ਹਾਲਾਂਕਿ ਉਹਨਾਂ ਲਈ ਸਾਡੀ ਸ਼ੁਭਕਾਮਨਾਵਾਂ ਨੇ, ਜਿੰਨੀਆਂ ਵੀ ਸੀਟਾਂ ਉਹ ਲੈਣਗੇ ਅਤੇ ਉਮੀਦ ਹੈ ਕਿ ਉਹ ਗੱਲ ਠਾਣਗੇ, ਉਹ ਠੀਕ ਰਹੇਗੀ। ਲੇਕਿਨ ਇਸ ਤਰ੍ਹਾਂ ਦੀ ਰਾਜਨੀਤੀ 'ਚ ਸਾਨੂੰ ਧਿਆਨ ਰੱਖਣਾ ਪਏਗਾ, ਤਕੜਾ ਰਹਿਣਾ ਪਏਗਾ, ਕਿਉਂਕਿ ਇਹ ਕਾਨੂੰਨ ਹੈ ਜਾਂ ਖੇਤੀਬਾੜੀ ਨਾਲ ਸੰਬੰਧਿਤ ਮੁੱਦੇ ਇਹ ਇਕੱਲੇ ਇੱਕ ਸੂਬੇ ਨਾਲ ਸੰਬੰਧਿਤ ਨਹੀਂ ਹੁੰਦੇ। ਇਹ ਸਾਰੇ ਸੂਬੇ ਮੋਡਲ ਐਕਟ ਦੇ ਅਨੁਸਾਰ ਚੱਲਦੇ ਨੇ ਅਤੇ ਕੇਂਦਰ ਦੀ ਵੀ ਇਸ 'ਚੋਂ ਕੋਈ ਨਾ ਕੋਈ ਰੋਲ ਪੈਣੀ ਹੈ ਅਤੇ ਦੂਜੇ ਸੂਬਿਆਂ 'ਚੋਂ ਵੀ
ਕਿਸਾਨਾਂ ਦਾ ਆਧਾਰ ਸਿਆਸੀ ਤੌਰ ਤੇ ਹੋਣਾ ਜ਼ਰੂਰੀ ਹੈ। ਇਕੱਲੇ ਪੰਜਾਬ ਨਾਲ ਜਿੱਤਣ ਕਰਕੇ ਅਸੀਂ ਆਪਣੀ ਗੱਲ ਤਾਂ ਕਹਿ ਸਕਦੇ ਹਾਂ, ਲੇਕਿਨ ਜੇ ਅਸੀਂ ਕਹੀਏ ਕਿ ਵੀ ਲੋਕ ਸਭਾ 'ਚੋਂ ਅਸੀਂ ਉਹ ਗੱਲ ਮਨਵਾ ਲਵਾਂਗੇ, ਉਸ ਲਈ ਤਾਂ ਸਾਰੇ ਦੇਸ਼ 'ਚੋਂ ਅੰਦੋਲਨ ਜ਼ਰੂਰੀ ਹੈ ਤੇ ਉਹ ਸਿਆਸੀ ਦੀ ਬਜਾਏ ਉਹ ਅੰਦੋਲਨ ਦੇ ਰੂਪ 'ਚੋਂ ਹੀ ਅਸੀਂ ਲੋਕਾਂ 'ਚੋਂ ਜਾ ਸਕਦੇ ਹਾਂ। ਸਿਆਸਤ ਦੇ ਰੂਪ 'ਚੋਂ ਸਾਰੇ ਭਾਰਤ 'ਚੋਂ ਅਜੇ ਅਸੀਂ ਪੈਰ ਪਸਾਰਨੇ ਔਖੇ। ਮੇਰਾ ਨਾਮ ਹੈ ਉਦੇਵ ਸਿੰਘ ਰਾਣਾ, ਲਾਲੜੂ ਦਾ ਹੀ ਮੈਂ ਪ੍ਰੋਪਰ ਰਹਿਣ ਵਾਲਾ। ਮੈਂ ਕਿਸਾਨ ਸੰਗਠਨ ਨਾਲ ਵੀ ਜੁੜਿਆ ਰਿਹਾ ਸ਼ੁਰੂ ਤੋਂ। ਹਜੇ ਵੀ ਆਪਾਂ ਆਪਣੇ ਯੂਨੀਅਨ ਸਿੱਧੂਪੁਰੀ ਤੋਂ ਆ ਤੇ ਸਾਡੇ ਤੇ ਯੂਨੀਅਨ ਨੇ ਨਹੀਂ ਇਹਨਾਂ ਦਾ ਕੋਈ ਸਾਨੂੰ ਉੱਪਰ ਤੇ ਕੋਲ ਹੀ ਨਹੀਂ ਸੀ ਕਿ ਆਪਾਂ ਇਹਨਾਂ ਦਾ ਕੋਈ ਸਮਰਥਨ ਕਰੀਏ। ਨਾਲੇ ਇਹ ਜੀ ਇਹ ਪਾਰਟੀ ਕੋਈ ਮਤਲਬ ਨਹੀਂ ਸੀ ਇਹਨਾਂ ਨੇ ਇਲੈਕਸ਼ਨ ਲੜਨ ਦਾ। ਆਪਾਂ ਦੇ ਇਹਨਾਂ ਦੇ ਖਿਲਾਫ ਹੀ ਹੈ ਜੀ ਇੱਕ ਤਰ੍ਹਾਂ ਦੇ, ਕਿਉਂਕਿ ਆਪਾਂ ਕਿਸਾਨਾਂ ਦਾ ਮੁੱਦਾ ਲੈ ਕੇ ਹੀ ਦਿੱਲੀ ਗਏ ਸੀ ਤੇ ਕਿਸਾਨਾਂ ਦਾ ਹੀ ਹੱਲ ਕਰਾਉਣਾ ਸੀ। ਆਪਾਂ ਅੱਧੇ ਸੇ ਛੱਡ ਕੇ ਆ ਗਏ। ਲੋਕਾਂ 'ਚ ਇਹ ਵੀ ਨਾਰਾਜ਼ਗੀ ਹੈ, ਜ਼ਿਮੀਂਦਾਰਾਂ 'ਚ ਵੀ ਹੈ, ਜਿਹੜੇ ਮਜ਼ਦੂਰ ਏਕਤਾ ਨਾਲ ਜੁੜੇ ਹੋਏ ਸੀ ਲੋਕੀ ਉਹਨਾਂ 'ਚ ਵੀ ਨਾਰਾਜ਼ਗੀ ਹੈ। ਇਹ ਅੱਧਾ ਸੰਘਰਸ਼ ਛੱਡ ਕੇ ਆ ਗਏ। MFC ਗਰੰਟੀ ਬਿਨਾਂ ਹੀ ਇਹ ਆ ਗਏ ਇਹਨਾਂ ਨੂੰ, ਕਿਉਂਕਿ ਇਲੈਕਸ਼ਨ ਦੀ ਬੜੀ ਕਾਹਲੀ ਲੱਗੀ ਹੋਈ ਸੀ ਕਿ ਆਪਾਂ ਇਲੈਕਸ਼ਨ ਲੜਨਾ ਹੈ। ਇਲੈਕਸ਼ਨ ਤੋਂ ਭਾਈ ਇਹਨਾਂ ਨੂੰ ਬਹੁਤ ਸਾਰਾ ਸੀ ਜਿਹਨੇ ਕਹਿੰਦੇ ਸੀ ਆਪਾਂ ਇਲੈਕਸ਼ਨ ਨਹੀਂ ਲੜਨਾ। ਇੱਕ ਸਿਰਫ ਰਾਕੇ ਡਕੈਤ ਜੀ ਨੂੰ ਛੱਡ ਕੇ ਸਾਰੀ ਆਪਣੀ 22 ਜਥੇਬੰਦੀਆਂ ਇੱਕ ਮੁਸ਼ਤ ਹੋ ਗਈ ਇਲੈਕਸ਼ਨ ਲੜਨ ਵਾਸਤੇ। 12 ਕਿਸਾਨ ਯੂਨੀਅਨ ਲੱਗ ਗਏ ਜੀ, ਬਾਕੀ 22 ਤਾਂ ਇੱਕ ਮੱਚ ਆ ਗਈ ਕਿ ਨਾਲੇ ਆਪਣੇ ਕੈਂਡੀਡੇਟ ਉਤਾਰੇ ਆ। ਸਾਡੇ ਇੱਧਰ ਤੇ ਵੀ ਉਤਾਰਤਾ ਨਵਦੀਪ ਸੈਣੀ ਸੰਯੁਕਤ ਸਮਾਜ ਮੋਰਚਾ ਬਣਾ ਕੇ। ਪਰ ਭਾਈ ਅਸੀਂ ਤਾਂ ਸਾਡੇ ਯਾਦ ਹੈ। ਦੇਖੋ ਆਪਾਂ ਤਾਂ ਆਪਣੀ ਪਾਰਟੀਆਂ ਨਾਲ ਪਹਿਲਾਂ ਵੀ ਜੁੜੇ ਹੋਏ ਸੀ, ਹੁਣ ਵੀ ਆ ਜੁੜੇ ਹੋਏ। ਆਪਣੀ ਪਾਰਟੀਆਂ ਨੂੰ ਲੀਡ ਕਰ ਰਹੇ ਹਾਂ ਜੀ, ਆਪਣੀ ਪਾਰਟੀਆਂ ਦਾ ਹੀ ਪ੍ਰਚਾਰ ਕਰ ਰਹੇ ਹਾਂ। ਆਪਣੇ ਕਿਸਾਨਾਂ ਤੋਂ ਸਿਰਫ ਆਪਾਂ ਕਿਸਾਨਾਂ ਤੇ ਲੜਾਈ ਲੜ ਰਹੇ ਸੀ, ਕਿਸਾਨਾਂ ਨਾਲ ਖੜੇ ਆ। ਅੱਜ ਵੀ ਖੜੇ ਆ ਤੇ ਪਹਿਲਾਂ ਵੀ ਖੜੇ ਸੀ। ਜੇ ਹੁਣ ਦਿੱਲੀ ਦੀ ਕੋਲ ਆਊਗੀ ਜਾਣ ਦੀ, ਦਿੱਲੀ ਵੀ ਜਾਵਾਂਗੇ ਦੁਬਾਰਾ, ਜਿਵੇਂ ਕਿ ਹੁਣ ਬਣ ਰਿਹਾ ਮਾਹੌਲ, ਜਾਣਾ ਪੈਣਾ MFC ਦੇ ਪਿੱਛੇ। ਤੇ ਆਪਾਂ ਤਾਂ ਕਿਸਾਨ ਸੰਗਠਨਾਂ ਨਾਲ ਹੈ, ਨਾ ਕਿ ਕਿਸੇ ਪਾਰਟੀ ਨਾਲ ਇਲੈਕਸ਼ਨ ਲੜਨ ਵਾਲੀ ਨਾਲ। ਆਪਾਂ ਉੱਦਾਂ ਆਪਣੀ ਲੋਕਲ ਪਾਰਟੀਆਂ ਜਿਹੜੀ ਵੀ ਹੈ ਉਹਨਾਂ ਨਾਲ ਜੁੜੇ ਹੋਏ ਆ। ਲੋਕੀ ਸਮਾਜ ਦਾ ਤੇ ਕੋਈ ਹੈ ਹੀ ਨਹੀਂ ਸੀ ਜੀ। ਇਲੈਕਸ਼ਨ ਲੜਨ ਦੇ ਨਾਲ ਇਹਨਾਂ ਨੇ ਆਪਣਾ ਹੀ ਸੰਘਰਸ਼ ਆਪਣਾ ਡਾਊਨ ਕੀਤਾ ਜੀ। ਕਿਸਾਨਾਂ ਦਾ ਇਕੱਲਾ ਮੁੱਦਾ ਇੱਕ ਕਿਸਾਨ ਥੋੜੀ ਚੱਕ ਲੂਗਾ ਜੀ। ਇਹ ਕਿਸਾਨਾਂ ਦੇ ਮੁੱਦਾ ਚੱਕ ਲੂ, ਆਪਣੀ ਸਟੇਟ 'ਚ ਕਿੰਨੇ ਹਜ਼ਾਰਾਂ ਮੁੱਦੇ ਆ ਜੀ, ਉਹਨਾਂ ਦੇ ਥੋੜੀ ਇਹ ਪੈਰ ਵੀ ਕਰੂੰਗੇ ਜੀ। ਨੇ ਨਾਲੇ ਇੱਕ ਐਡਾ ਇੱਕ ਚਿਹਰਾ, ਕੋਈ ਇਹੋ ਜਿਹਾ ਕੋਈ ਰੋਡ ਮੈਪ ਨਹੀਂ ਹੈਗਾ ਜਿਹੜੇ ਕੰਮ ਤੇ ਕਰ ਸਕੀਏ। ਕੋਈ ਇਹੋ ਜਿਹਾ ਲੱਗ ਨਹੀਂ ਰਿਹਾ ਜਿਹੜਾ ਇਹ ਕੰਮ ਅੱਗੇ ਹੋ ਕੇ ਕਰ ਸਕਦੇ। ਕੋਈ ਚਿਹਰਾ ਨਹੀਂ ਹੈ। ਇੱਕ ਰਾਜੇਵਾਲ ਜੀ ਹੈ, ਪੜ੍ਹੇ ਲਿਖੇ ਨੌਜਵਾਨ, ਬਹੁਤ ਆਪਣੇ ਸੂਝਵਾਨ ਸੀ। ਉਹ ਸੂਝਵਾਨ ਹੋਣ ਨਾਤੇ ਉਹਨਾਂ ਨੂੰ ਲੋਕ ਜੁੜੇ ਹੋਏ ਸੀ, ਬਹੁਤ ਵੱਧ ਲੋਕਾਂ ਨੇ ਉਹਨਾਂ ਨੂੰ ਲਾਈਕ ਕੀਤਾ। ਉਹਨੂੰ ਇੱਕ ਇਲੈਕਸ਼ਨ ਲੜਨ ਲੱਗੇ ਭਾਈ, ਦੇਖੋ ਉਹਨਾਂ ਦੇ ਗ੍ਰਾਫ ਤਾਂ ਗਿਰਿਆ ਹੀ ਹੈ ਜੀ। ਇਹੋ ਜਿਹੀ ਗੱਲ ਨਹੀਂ ਹੈ ਕਿ ਉਹ ਸਾਰੇ ਹੀ ਪੰਜਾਬ ਦੇ ਇਸ਼ੂ ਸੋਲਵ ਕਰ ਲੈਣਗੇ, ਇਹੋ ਜਿਹੇ ਨਹੀਂ ਹੈ ਜੀ। ਇਹ ਤਾਂ ਕਿਸਾਨਾਂ ਦੀ ਪਾਰਟੀ ਹੈ, ਕਿਸਾਨਾਂ ਦੇ ਕਰਕੇ ਹੀ ਅੱਜ ਅੱਗੇ ਆਏ ਆ। ਜਿੱਦਾਂ ਦਿੱਲੀ 'ਚ ਕੇਜਰੀਵਾਲ ਅੰਨਾ ਹਜ਼ਾਰੇ ਅੰਦੋਲਨ ਤੋਂ ਨਿਕਲੇ ਆ, ਇਹ ਕਿਸਾਨਾਂ ਦੇ ਅੰਦੋਲਨ ਤੋਂ ਨਿਕਲ ਕੇ ਆ ਗਏ। लड़ना इलेक्शन से इन्होंने काली लगी हुई सी इलेक्शन लड़न दी। किसानों के साथ थे, जो अपना किसानों का मुद्दा था उसके साथ तक रहे हैं, लेकिन इन्होंने इलेक्शन लड़ने की जो गलती मानूंगा, मतलब गलती की है, ठीक है, क्योंकि किसानों का ये इलेक्शन लड़के कोई फ़ायदा नहीं कर सकते, ठीक है। जो हम पार्टी के साथ हैं अपनी, जिससे पहले भी हैं, कांग्रेस के साथ थे, कांग्रेस के साथ ही हैं, बस यही मेरा कहना है। भी कांग्रेस मतलब कि जो अपना किसानों का जो मुद्दा है, ठीक है, वो तो मतलब कि ये जो इलेक्शन लड़ रहे हैं ये सॉल्व नहीं कर सकते इसको। दिखा पाएंगे सर वो उठे हुए ज़रूर हैं नीचे से, ग्राउंड लेवल से, पर वो उस लेवल तक तो नहीं ना पहुँचेंगे भी मुद्दे हल कर सकें, क्योंकि पंजाब में जो गवर्नमेंट बननी है वो किसानों की तो मेरे को लगता बननी नहीं है, ठीक है। नहीं, अगर गवर्नमेंट बनती है किसानों की, किसी पावर में आते हैं तो मान लो कुछ हो सकता है, लेकिन इनके साथ सारे किसान भी नहीं ना हैं, जथेबंदियाँ सारी नहीं हैं, थोड़ी जथेबंदियाँ हैं, ठीक है ना। तो जथेबंदियाँ सारी ना होने के कारण मतलब कि इन्हें सिर्फ इनको तो अपना इलेक्शन लड़ने का ही एक वो था, इसीलिए जल्दबाजी करके वहाँ से दिल्ली से इन्होंने वो बीच में ही छोड़ दिया। जो हम हमने एक मतलब कि बुलंदी हासिल की थी, वो बीच में ही जल्दबाजी में छोड़ के इलेक्शन के चौ में आ गए। इलेक्शन लड़ना हमने बस। ਦੋਸਤੋ ਤੁਸੀਂ ਜਾਣਦੇ ਹੋ ਕਿ ਸੂਹੀ ਸਵੇਰ ਇੱਕ ਲੋਕ ਪੱਖੀ ਵਿਚਾਰਾਂ ਵਾਲਾ ਸਾਡਾ ਮੀਡੀਆ ਅਦਾਰਾ ਹੈ। ਲੋਕ ਪੱਖੀ ਵਿਚਾਰਾਂ ਵਾਲੇ ਮੀਡੀਆ ਅਦਾਰੇ ਲੋਕਾਂ ਦੀ ਸਹਾਇਤਾ ਨਾਲ ਹੀ ਚੱਲਦੇ ਹੈਗੇ ਨੇ। ਅਸੀਂ ਮੰਨੀਏ ਕਿ ਜੇ ਕੋਈ ਜਿਹੜਾ ਹੈਗਾ ਕਾਰਪੋਰੇਟ ਸਹਾਇਤਾ ਨਾਲ, ਸਰਕਾਰੀ ਸਹਾਇਤਾ ਨਾਲ ਜਾਂ ਫਿਰ ਪ੍ਰਾਈਵੇਟ ਐਡ ਨਾਲ ਜੋ ਮੀਡੀਆ ਅਦਾਰੇ ਚੱਲਦੇ ਨੇ ਉਹ ਖੁੱਲ੍ਹ ਕੇ ਲੋਕ ਪੱਖ ਦੀ ਗੱਲ ਨਹੀਂ ਕਰ ਸਕਦੇ। ਇਸ ਕਰਕੇ ਸੂਹੀ ਸਵੇਰ ਨੂੰ ਤੁਹਾਡੀ ਮੋਰਲ ਵੀ ਤੇ ਆਰਥਿਕ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਇਸ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸਾਡੀ YouTube ਚੈਨਲ ਸਾਡਾ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓ ਨੂੰ ਸ਼ੇਅਰ ਕਰੋ ਤੇ ਆਰਥਿਕ ਤੌਰ ਤੇ ਥੱਲੇ ਦਿੱਤਾ ਹੋਇਆ ਜੋ ਐਡਰੈਸ ਹੈ, ਬੈਂਕ ਦਾ ਅਕਾਊਂਟ ਹੈ,
ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਹੈ ਸਹਾਇਤਾ ਜਿਹੜੀ ਉਹਦੇ ਥਰੂ ਸਾਨੂੰ ਜਿਹੜਾ ਭੇਜ ਸਕਦੇ ਹੋ, ਤਾਂ ਜੋ ਕਿ ਇਹ ਅਦਾਰਾ ਲਗਾਤਾਰ ਤੁਹਾਡੇ ਮੁੱਦਿਆਂ ਨੂੰ ਉਠਾਉਂਦਾ ਰਹੇ ਤੇ ਇੱਕ ਅਸੀਂ ਪੰਜਾਬੀ ਵਿੱਚ ਲੋਕ ਪੱਖ ਦਾ ਵੱਡਾ ਮੀਡੀਆ ਖੜਾ ਕਰ ਸਕੀਏ।